21ਵੀਂ ਸਦੀ ਦਾ ਕਾਰੋਬਾਰ ਅਧਿਆਇ 4 ਤੁਹਾਡੇ ਬੁਨਿਆਦੀ ਆਰਥਿਕ ਜੀਵਨ ਮੁੱਲ। 4 ਕੁਆਡਰੈਂਟ ਮਹਿਜ 4 ਵੱਖੋ-ਵੱਖ ਵਪਾਰਕ ਪ੍ਰਣਾਲੀਆਂ ਹੀ ਨਹੀਂ ਹਨ, ਇਹ ਤਾਂ 4 ਵੱਖੋ-ਵੱਖ ਮਾਨਸਿਕਤਾਵਾਂ ਦੇ ਸੂਚਕ ਹਨ। ਤੁਸੀਂ ਆਪਣੀ ਬੁਨਿਆਦੀ ਆਮਦਨ ਕਿਸ ਕੁਆਡਰੈਂਟ ਤੋਂ ਕਮਾਉਣ ਦੀ ਚੋਣ ਕਰਦੇ ਹੋ, ਉਸ ਦਾ ਬਾਹਰਲੇ ਹਾਲਾਤਾਂ, ਤੁਹਾਡੀ ਸਿੱਖਿਆ, ਸਿਖਲਾਈ, ਅਰਥ ਵਿਵਸਥਾ ਜਾਂ ਤੁਹਾਡੇ ਆਸੇ-ਪਾਸੇ ਮੌਜੂਦ ਮੌਕੇ ਤੋਂ ਬੜਾ ਘੱਟ ਸੰਬੰਧ ਹੈ। ਇਸ ਦਾ ਜ਼ਿਆਦਾ ਸੰਬੰਧ ਤਾਂ ਇਸ ਗੱਲ ਨਾਲ ਹੈ ਕਿ ਤੁਸੀਂ ਬੁਨਿਆਦੀ ਤੌਰ ਤੇ ਕੌਣ ਹੋ, ਤੁਹਾਡੀਆਂ ਸ਼ਕਤੀਆਂ, ਕਮਜ਼ੋਰੀਆਂ ਅਤੇ ਪ੍ਰਮੁੱਖ ਰੁਚੀਆਂ। ਇਸ ਦਾ ਸੰਬੰਧ ਤਾਂ ਤੁਹਾਡੇ ਬੁਨਿਆਦੀ ਆਰਥਿਕ ਜੀਵਨ ਮੁੱਲਾਂ ਨਾਲ ਹੈ। ਇਹੀ ਬੁਨਿਆਦੀ ਵਖਰੇਵੇਂ ਸਾਨੂੰ ਅੱਡ-ਅੱਡ ਕੁਆਡਰੈਂਟਸ ਪ੍ਰਤੀ ਆਕਰਸ਼ਿਤ ਜਾਂ ਦੂਰ ਕਰਦੇ ਹਨ। ਇਸ ਨੂੰ ਸਮਝਣਾ ਮਹੱਤਵਪੂਰਨ ਹੈ ਕਿਉਂਕਿ ਇਸ ਦਾ ਮਤਲਬ ਹੈ ਕਿ E ਜਾਂ S ਕੁਆਡਰੈਂਟ ਨੂੰ ਛੱਡ ਕੇ B ਕੁਆਡਰੈਂਟ ਵਿੱਚ ਪੁੱਜਣਾ ਓਨਾ ਸੌਖਾ ਨਹੀਂ ਹੈ ਜਿੰਨਾ ਕਿ ਪੋਸਟ ਆਫਿਸ ਜਾ ਕੇ ਆਪਣਾ ਪਤਾ ਬਦਲਣ ਦਾ ਫਾਰਮ ਭਰਨਾ। ਤੁਸੀਂ ਨਾ ਸਿਰਫ ਉਹ ਬਦਲਦੇ ਹੋ ਜਿਹੜਾ ਤੁਸੀਂ ਕਰਦੇ ਹੋ, ਬਲਕਿ ਤੁਸੀਂ ਆਪਣੇ ਆਪ ਨੂੰ ਵੀ ਬਦਲਦੇ ਹੋ ਜਾਂ ਘੱਟੋ-ਘੱਟ ਆਪਣੇ ਸੋਚਣ ਦੇ ਤਰੀਕਿਆਂ ਨੂੰ ਤਾਂ ਬਦਲ ਹੀ ਲੈਂਦੇ ਹੋ ਸਕਦਾ ਹੈ ਕੁਝ ਲੋਕਾਂ ਨੂੰ ਕਰਮਚਾਰੀ ਬਣੇ ਰਹਿਣਾ ਚੰਗਾ ਲੱਗਦਾ ਹੋਵੇ, ਲੇਕਿਨ ਬਾਕੀ ਲੋਕ ਇਸ ਕੋਲੋਂ ਨਫ਼ਰਤ ਕਰਦੇ ਹਨ। ਕੁਝ ਲੋਕ ਕੰਪਨੀਆਂ ਦੇ ਮਾਲਕ ਤਾਂ ਬਣਨਾ ਚਾਹੁੰਦੇ ਹਨ, ਲੇਕਿਨ ਉਸ ਨੂੰ ਚਲਾਉਣਾ ਨਹੀਂ ਚਾਹੁੰਦੇ। ਕੁਝ ਲੋਕਾਂ ਨੂੰ ਨਿਵੇਸ਼ ਨਾਲ ਪ੍ਰੇਮ ਹੁੰਦਾ ਹੈ, ਜਦੋਂ ਕਿ ਹੋਰਾਂ ਨੂੰ ਇਸ ਵਿੱਚ ਪੈਸਾ ਗਵਾਚਣ ਦਾ ਖਤਰਾ ਨਜ਼ਰ ਆਉਂਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਵਿੱਚ ਇਹ ਜਾਣਕਾਰੀ ਪ੍ਰਵਿਰਤੀਆਂ ਘੱਟ ਜਾਂ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੁੰਦੀਆਂ ਹਨ। ਇਸ ਗੱਲ ਉੱਤੇ ਗੌਰ ਕਰਨਾ ਵੀ ਮਹੱਤਵਪੂਰਨ ਹੈ ਕਿ ਤੁਸੀਂ ਇਨ੍ਹਾਂ 4 ਕੁਆਡਰੈਂਟ ਵਿੱਚੋਂ ਹੀ ਅਮੀਰ ਜਾਂ ਗਰੀਬ ਬਣ ਸਕਦੇ ਹੋ। ਹਰ ਕੁਆਡਰੈਂਟ ਵਿੱਚ ਲੋਕਾਂ ਨੇ ਕਰੋੜਾਂ ਕਮਾਏ ਵੀ ਹਨ ਅਤੇ ਇਹੋ ਜਿਹੇ ਵੀ ਲੋਕ ਹਨ ਜਿਹੜੇ ਹਰ ਕੁਆਡਰੈਂਟ ਵਿੱਚ ਵੀ ਦਿਵਾਲੀਆ ਹੋਏ ਹਨ। ਇਹ ਗੱਲ ਪੱਲੇ ਬੰਨ੍ਹ ਲਓ ਕਿ ਕਿਸੇ ਕੁਆਡਰੈਂਟ ਵਿੱਚ ਰਹਿਣ ਨਾਲ ਤੁਹਾਡੀ ਆਰਥਿਕ ਸਫਲਤਾ ਸੁਨਿਸ਼ਚਿਤ ਹੋ ਜਾਂਦੀ ਹੈ। ਲੋਕਾਂ ਦੀ ਗੱਲਬਾਤ ਸੁਣ ਕੇ ਵੀ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਸ ਕੁਆਡਰੈਂਟ ਵਿੱਚ ਰਹਿੰਦੇ ਹਨ। ਜਦੋਂ ਮੈਂ 9 ਸਾਲਾਂ ਦਾ ਸੀ ਤਾਂ ਆਪਣੇ ਅਮੀਰ ਡੈਡੀ ਦੇ ਨਾਲ ਬੈਠਣ ਲੱਗ ਪਿਆ ਸੀ। ਜਦੋਂ ਉਹ ਕਰਮਚਾਰੀਆਂ ਦੀ ਨਿਯੁਕਤੀ ਕਰਨ ਵੇਲੇ ਉਹਨਾਂ ਦਾ ਇੰਟਰਵਿਊ ਲੈਂਦੇ ਸਨ, ਇਨ੍ਹਾਂ ਇੰਟਰਵਿਊ ਰਾਹੀਂ ਮੈਂ ਸਿੱਖਿਆ ਕਿ ਸ਼ਬਦਾਂ ਰਾਹੀਂ ਲੋਕਾਂ ਦੇ ਬੁਨਿਆਦੀ ਜੀਵਨ ਮੁੱਲਾਂ ਨੂੰ ਕਿਵੇਂ ਸਮਝਾਇਆ ਜਾਵੇ। ਮੇਰੇ ਅਮੀਰ ਡੈਡੀ ਕਹਿੰਦੇ ਸਨ ਕਿ ਉਹ ਜੀਵਨ ਮੁੱਲ ਉਹਨਾਂ ਦੀ ਆਤਮਾਵਾਂ ਤੋਂ ਨਿਕਲਦੇ ਸਨ। ਇੱਥੇ ਹਰ ਕੁਆਡਰੈਂਟ ਤੋਂ ਨਿਕਲਣ ਵਾਲੇ ਕੁਝ ਪ੍ਰਮੁੱਖ ਵਾਕ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਹਰੇਕ ਦੇ ਬੁਨਿਆਦੀ ਜੀਵਨ ਮੁੱਲ ਦਾ ਇੱਕ ਰੇਖਾ ਚਿੱਤਰ ਵੀ ਹੈ। E ਕੁਆਡਰੈਂਟ ਦਾ ਜੀਵਨ ਮੁੱਲ। ਮੈਂ ਇੱਕ ਸੁਰੱਖਿਅਤ ਨੌਕਰੀ ਦੀ ਤਲਾਸ਼ ਕਰ ਰਿਹਾ ਹਾਂ ਜਿਸ ਵਿੱਚੋਂ ਚੰਗੀ ਤਨਖਾਹ ਮਿਲੇ ਅਤੇ ਉਸ ਤੋਂ ਇਲਾਵਾ ਸ਼ਾਨਦਾਰ ਲਾਭ ਵੀ ਮਿਲਦੇ ਹੋਣ। E ਕੁਆਡਰੈਂਟ ਵਿੱਚ ਰਹਿਣ ਵਾਲੇ ਵਿਅਕਤੀ ਦਾ ਬੁਨਿਆਦੀ ਜੀਵਨ ਮੁੱਲ ਹੁੰਦਾ ਹੈ ਸੁਰੱਖਿਆ। ਹੋ ਸਕਦਾ ਹੈ ਕਿ ਤੁਸੀਂ ਕਿਸੇ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਹੋ ਅਤੇ ਤੁਹਾਨੂੰ ਮੋਟੀ ਤਨਖਾਹ ਵੀ ਮਿਲਦੀ ਹੈ, ਲੇਕਿਨ ਇਸ ਦੇ ਬਾਵਜੂਦ ਤੁਹਾਡੇ ਬੁਨਿਆਦੀ ਜੀਵਨ ਮੁੱਲ ਕੰਪਨੀ ਦੇ ਗੇਟਕੀਪਰ ਵਾਂਗ ਹੋਣ ਜਿਸ ਨੂੰ ਤੁਹਾਡੇ ਕੋਲੋਂ 10 ਗੁਣਾ ਘੱਟ ਤਨਖਾਹ ਮਿਲਦੀ ਹੈ। E ਕੁਆਡਰੈਂਟ ਵਾਲਾ ਵਿਅਕਤੀ ਭਾਵੇਂ ਉਹ ਗੇਟਕੀਪਰ ਹੋਵੇ ਜਾਂ ਪ੍ਰੈਜ਼ੀਡੈਂਟ, ਅਕਸਰ ਇਹੋ ਸ਼ਬਦ ਸੋਚਦਾ ਜਾਂ ਕਹਿੰਦਾ ਹੈ, ਮੈਂ ਲਾਭ ਵਾਲੀ ਕਿਸੇ ਸੁਰੱਖਿਅਤ ਨੌਕਰੀ ਦੀ ਤਲਾਸ਼ ਕਰ ਰਿਹਾ ਹਾਂ, ਜਾਂ ਓਵਰ ਟਾਈਮ ਲਈ ਸਾਨੂੰ ਕਿੰਨਾ ਮਿਲੇਗਾ, ਜਾਂ ਸਾਨੂੰ ਕਿੰਨੀਆਂ ਵੇਤਨਿਕ ਛੁੱਟੀਆਂ ਮਿਲਣਗੀਆਂ। ਜਦੋਂ ਮੈਂ E ਕੁਆਡਰੈਂਟ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰਦੇ ਸਮੇਂ ਕਹਿੰਦਾ ਹਾਂ ਕਿ ਮੈਨੂੰ ਕਾਰੋਬਾਰ ਸ਼ੁਰੂ ਕਰਨਾ ਬੜਾ ਚੰਗਾ ਲੱਗਦਾ ਹੈ, ਤਾਂ ਉਹ ਅਕਸਰ ਇੰਜ ਟਿੱਪਣੀ ਕਰਦਾ ਹੈ, ਉਹ ਤਾਂ ਠੀਕ ਹੈ, ਲੇਕਿਨ ਕੀ ਇਸ ਵਿੱਚ ਖਤਰਾ ਨਹੀਂ ਹੈ? ਅਸੀਂ ਸਾਰੇ ਜੀਵਨ ਨੂੰ ਆਪਣੇ ਬੁਨਿਆਦੀ ਜੀਵਨ ਮੁੱਲਾਂ ਦੇ ਚਸ਼ਮੇ ਰਾਹੀਂ ਦੇਖਦੇ ਹਾਂ। ਮੈਨੂੰ ਜਿਹੜੀ ਚੀਜ਼ ਰੋਮਾਂਚਕ ਲੱਗਦੀ ਹੈ, ਹੋ ਸਕਦਾ ਹੈ ਕਿ ਉਹ ਕਿਸੇ ਦੂਜੇ ਨੂੰ ਡਰਾਉਣੀ ਲੱਗੇ। ਇਸ ਲਈ E ਅਤੇ S ਕੁਆਡਰੈਂਟ ਦੇ ਲੋਕਾਂ ਨਾਲ ਰਹਿਣ ਵੇਲੇ ਮੈਂ ਆਮ ਤੌਰ ਤੇ ਮੌਸਮ, ਖੇਡਾਂ ਜਾਂ ਟੈਲੀਵਿਜ਼ਨ ਪ੍ਰੋਗਰਾਮ ਬਾਰੇ ਹੀ ਗੱਲਬਾਤ ਕਰਦਾ ਹਾਂ। S ਕੁਆਡਰੈਂਟ ਦੇ ਜੀਵਨ ਮੁੱਲ। ਜੇਕਰ ਤੁਸੀਂ ਕੋਈ ਕੰਮ ਸਹੀ ਚਾਹੁੰਦੇ ਹੋ ਤਾਂ ਉਸ ਨੂੰ ਆਪ ਕਰੋ। S ਕੁਆਡਰੈਂਟ ਦੇ ਲੋਕਾਂ ਦਾ ਬੁਨਿਆਦੀ ਜੀਵਨ ਮੁੱਲ ਹੁੰਦਾ ਹੈ ਸੁਤੰਤਰਤਾ। ਉਹ ਆਪਣੇ ਮਨਪਸੰਦ ਕੰਮ ਕਰਨ ਦੀ ਸੁਤੰਤਰਤਾ ਚਾਹੁੰਦੇ ਹਨ। ਜਦੋਂ ਕੋਈ ਵਿਅਕਤੀ ਕਹਿੰਦਾ ਹੈ, ਮੈਂ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਜਾ ਰਿਹਾ ਹਾਂ, ਤਾਂ ਸਮਝ ਲਓ ਉਹ E ਤੋਂ S ਕੁਆਡਰੈਂਟ ਵੱਲ ਕਦਮ ਵਧਾ ਰਿਹਾ ਹੈ। S ਕੁਆਡਰੈਂਟ ਵਿੱਚੋਂ ਨਿੱਕੇ ਵਪਾਰੀ, ਕਰਿਆਨਾ ਦੁਕਾਨਾਂ ਦੇ ਮਾਲਕ, ਮਾਹਿਰ ਅਤੇ ਸਲਾਹਕਾਰ ਆਉਂਦੇ ਹਨ। ਮਿਸਾਲ ਲਈ, ਮੇਰਾ ਇੱਕ ਮਿੱਤਰ ਅਮੀਰਾਂ ਦੇ ਘਰ ਵਿੱਚ ਵੱਡੇ ਸਕਰੀਨ ਵਾਲੇ ਟੈਲੀਵਿਜ਼ਨ, ਫੋਨ ਸਿਸਟਮ ਅਤੇ ਸਿਕਿਉਰਿਟੀ ਸਿਸਟਮ ਲਾਉਂਦਾ ਹੈ। ਆਪਣੀ ਮਦਦ ਲਈ ਉਸ ਨੇ 3 ਕਰਮਚਾਰੀ ਰੱਖੇ ਹੋਏ ਹਨ ਅਤੇ ਉਹ ਸਿਰਫ 3 ਲੋਕਾਂ ਦਾ ਬੌਸ ਬਣ ਕੇ ਖੁਸ਼ ਹੈ। ਉਹ ਪੱਕਾ ਅਤੇ ਮਿਹਨਤੀ S ਹੈ। ਰੀਅਲ ਅਸਟੇਟ ਏਜੰਟਸ, ਬੀਮਾ ਬ੍ਰੋਕਰ ਆਦਿ ਕਮਿਸ਼ਨ ਤੇ ਕੰਮ ਕਰਨ ਵਾਲੇ ਸੇਲਜ਼ ਪੀਪਲ ਵੀ S ਕੁਆਡਰੈਂਟ ਵਿੱਚ ਹੀ ਆਉਂਦੇ ਹਨ। S ਕੁਆਡਰੈਂਟ ਵਿੱਚ ਪੇਸ਼ੇਵਰ ਲੋਕ ਵੀ ਭਰੇ ਪਏ ਹਨ। ਜੇਕਰ ਡਾਕਟਰ, ਵਕੀਲ ਅਤੇ ਅਕਾਊਂਟੈਂਟ ਜਿਹੜੇ ਕਿਸੇ ਵੱਡੇ ਹਸਪਤਾਲ, ਕਾਨੂੰਨੀ ਜਾਂ ਅਕਾਊਂਟਿੰਗ ਕੰਪਨੀ ਵਿੱਚ ਕੰਮ ਨਾ ਕਰਦੇ ਹੋਣ, S ਕੁਆਡਰੈਂਟ ਵਿੱਚ ਰਹਿਣ ਵਾਲੇ ਲੋਕ ਅਕਸਰ ਆਪਣੇ ਦਿਮਾਗ ਜਾਂ ਹੱਥਾਂ ਦੇ ਕੰਮ ਤੇ ਬੜਾ ਮਾਣ ਕਰਦੇ ਹਨ। ਜੇਕਰ ਉਹਨਾਂ ਦਾ ਕੋਈ ਫਾਰਮੂਲਾ ਹੁੰਦਾ ਤਾਂ ਉਹ ਇਹ ਹੁੰਦਾ, ਕੋਈ ਵੀ ਇਸ ਨੂੰ ਮੇਰੇ ਤੋਂ ਬਿਹਤਰ ਤਰੀਕੇ ਨਾਲ ਨਹੀਂ ਕਰਦਾ ਹੈ, ਜਾਂ ਫਿਰ ਇਹ ਹੁੰਦਾ, ਮੇਰਾ ਇਹ ਤਰੀਕਾ ਸਭ ਤੋਂ ਜ਼ਿਆਦਾ ਠੀਕ ਹੈ। ਪਰ ਸੁਤੰਤਰਤਾ ਦੇ ਭੇਖ ਪਿੱਛੇ ਤੁਹਾਨੂੰ ਆਮ ਕਰਕੇ ਇਹ ਲੱਭੇਗਾ ਕਿ ਕਾਰੋਬਾਰ ਪ੍ਰਤੀ ਉਸ ਵਿਅਕਤੀ ਦੀ ਨੀਤੀ ਵਿੱਚ ਭਰੋਸੇ ਦੀ ਘਾਟ ਹੈ। ਉਸ ਦੀ ਇਹ
ਇਹ ਨੀਤੀ ਜੀਵਨ ਦੇ ਪ੍ਰਤੀ ਵੀ ਹੁੰਦੀ ਹੈ, ਕਿਉਂਕਿ ਅਸੀਂ ਜਿਸ ਪ੍ਰਕਾਰ ਆਪਣੇ ਕਾਰੋਬਾਰ ਨੂੰ ਦੇਖਦੇ ਹਾਂ ਉਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਹਰ ਚੀਜ਼ ਨੂੰ ਕਿਵੇਂ ਦੇਖਦੇ ਹਾਂ। ਇਸ ਕੁਆਡਰੈਂਟ ਦੇ ਵਿਅਕਤੀ ਨੂੰ ਆਮ ਤੌਰ ਉੱਤੇ ਕਮਿਸ਼ਨ ਮਿਲਦਾ ਹੈ ਜਾਂ ਫਿਰ ਕਿਸੇ ਕੰਮ ਵਿੱਚ ਲੱਗੇ ਸਮੇਂ ਦੇ ਆਧਾਰ ਤੇ ਭੁਗਤਾਨ ਮਿਲਦਾ ਹੈ। ਮਿਸਾਲ ਲਈ, ਇਸ ਕੁਆਡਰੈਂਟ ਦਾ ਵਿਅਕਤੀ ਇਹੋ ਜਿਹੇ ਸ਼ਬਦ ਕਹਿ ਸਕਦਾ ਹੈ, ਮੇਰਾ ਕਮਿਸ਼ਨ ਕੁੱਲ ਖਰੀਦ ਦੇ ਭਾਅ ਦਾ 6% ਹੈ, ਜਾਂ ਮੇਰੀ ਫੀਸ $100 ਪ੍ਰਤੀ ਘੰਟਾ ਹੈ, ਜਾਂ ਲਾਗਤ ਤੋਂ ਇਲਾਵਾ ਮੈਂ 10% ਦੀ ਫੀਸ ਲੈਂਦਾ ਹਾਂ। ਜਦੋਂ ਵੀ ਮੈਂ E ਜਾਂ S ਕੁਆਡਰੈਂਟ ਦੇ ਕਿਸੇ ਵਿਅਕਤੀ ਨੂੰ ਮਿਲਦਾ ਹਾਂ ਜਿਸ ਨੂੰ B ਕੁਆਡਰੈਂਟ ਵਿੱਚ ਤਬਦੀਲ ਕਰਨ ਵਿੱਚ ਮੁਸ਼ਕਲ ਆ ਰਹੀ ਹੁੰਦੀ ਹੈ, ਤਾਂ ਮੈਨੂੰ ਆਮ ਤੌਰ ਤੇ ਇਹੋ ਜਿਹਾ ਵਿਅਕਤੀ ਦਿਖਦਾ ਹੈ ਜਿਸ ਦੀ ਤਕਨੀਕੀ ਜਾਂ ਪ੍ਰਬੰਧਨ ਯੋਗਤਾਵਾਂ ਤਾਂ ਬਿਹਤਰੀਨ ਹਨ, ਲੇਕਿਨ ਉਹਨਾਂ ਵਿੱਚ ਅਗਵਾਈ ਕਰਨ ਦੀ ਯੋਗਤਾ ਦੀ ਬੜੀ ਘਾਟ ਹੈ। ਮੇਰੇ ਅਮੀਰ ਡੈਡੀ ਕਹਿੰਦੇ ਸਨ, ਜੇਕਰ ਤੁਸੀਂ ਕਿਸੇ ਟੀਮ ਦੇ ਲੀਡਰ ਹੋ ਅਤੇ ਨਾਲ ਹੀ ਟੀਮ ਦੇ ਸਭ ਤੋਂ ਸਮਾਰਟ ਵਿਅਕਤੀ ਵੀ, ਤਾਂ ਤੁਹਾਡੀ ਟੀਮ ਸੰਕਟ ਵਿੱਚ ਹੈ। ਇਸ ਕੁਆਡਰੈਂਟ ਵਾਲੇ ਲੋਕ ਆਮ ਕਰਕੇ ਟੀਮਾਂ ਨਾਲ ਜ਼ਿਆਦਾ ਚੰਗਾ ਕੰਮ ਨਹੀਂ ਕਰ ਪਾਉਂਦੇ। ਉਹਨਾਂ ਵਿੱਚ ਥੋੜੀ ਹੰਕਾਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ B ਕੁਆਡਰੈਂਟ ਵਿੱਚ ਛਾਲ ਲਗਾਉਣ ਲਈ ਤੁਹਾਨੂੰ ਤਕਨੀਕੀ ਨਹੀਂ ਬਲਕਿ ਅਗਵਾਈ ਯੋਗਤਾਵਾਂ ਵਿੱਚ ਉੱਚੀ ਛਾਲ ਲਾਉਣ ਦੀ ਲੋੜ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਹਾਂ, ਅਸਲੀ ਦੁਨੀਆ ਵਿੱਚ A ਗ੍ਰੇਡ ਵਾਲੇ ਵਿਦਿਆਰਥੀ ਆਮ ਤੌਰ ਉੱਤੇ C ਗ੍ਰੇਡ ਵਿਦਿਆਰਥੀਆਂ ਲਈ ਕੰਮ ਕਰਦੇ ਹਨ ਅਤੇ B ਗ੍ਰੇਡ ਵਾਲੇ ਵਿਦਿਆਰਥੀ ਸਰਕਾਰ ਲਈ। ਜੇਕਰ ਤੁਸੀਂ ਕਦੇ ਆਪਣੇ ਆਪ ਨੂੰ ਇਹ ਕਹਿੰਦਿਆਂ ਸੁਣਿਆ ਹੋਵੇ, ਜੇਕਰ ਤੁਸੀਂ ਕੋਈ ਕੰਮ ਸਹੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪ ਕਰੋ, ਜਾਂ ਤੁਸੀਂ ਆਪ ਇੰਜ ਸੋਚਦੇ ਹੋ, ਤਾਂ ਸ਼ਾਇਦ ਇਹ ਚੰਗਾ ਸਮਾਂ ਹੈ ਕਿ ਤੁਸੀਂ ਆਪਣੇ ਇਸ ਜੀਵਨ ਦਰਸ਼ਨ ਦੀ ਗੌਰ ਨਾਲ ਪੜਚੋਲ ਕਰੋ। B ਕੁਆਡਰੈਂਟ ਦੇ ਜੀਵਨ ਮੁੱਲ। ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ ਮੈਂ ਸ੍ਰੇਸ਼ਟ ਲੋਕਾਂ ਦੀ ਤਲਾਸ਼ ਕਰ ਰਿਹਾ ਹਾਂ। B ਕੁਆਡਰੈਂਟ ਦੇ ਲੋਕਾਂ ਦਾ ਬੁਨਿਆਦੀ ਜੀਵਨ ਮੁੱਲ ਹੁੰਦਾ ਹੈ ਦੌਲਤ ਬਣਾਉਣਾ। ਉਹ ਲੋਕ ਸਿਫਰ ਤੋਂ ਸ਼ੁਰੂਆਤ ਕਰਕੇ ਬਿਹਤਰੀਨ B ਕੁਆਡਰੈਂਟ ਕਾਰੋਬਾਰ ਬਣਾਉਂਦੇ ਹਨ। ਉਹ ਅਕਸਰ ਜ਼ਬਰਦਸਤ ਉਦੇਸ਼ਾਂ ਵਾਲੇ ਹੁੰਦੇ ਹਨ। ਉਹ ਬਿਹਤਰੀਨ ਟੀਮ ਅਤੇ ਨਿਪੁੰਨ ਟੀਮ ਵਰਕ ਨੂੰ ਮਹੱਤਤਾ ਦਿੰਦੇ ਹਨ ਅਤੇ ਜ਼ਿਆਦਾਤਰ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਜਾਂ ਉਹਨਾਂ ਦੇ ਨਾਲ ਕੰਮ ਕਰਨ। ਇਸ ਕੁਆਡਰੈਂਟ ਵਾਲਾ ਵਿਅਕਤੀ ਆਪਣੇ ਖੇਤਰ ਵਿੱਚ ਸਭ ਤੋਂ ਵਧੀਆ ਬਣਨਾ ਚਾਹੁੰਦਾ ਹੈ, ਜਦੋਂ ਕਿ B ਕੁਆਡਰੈਂਟ ਵਾਲਾ ਵਿਅਕਤੀ ਇਹੋ ਜਿਹੇ ਲੋਕਾਂ ਨੂੰ ਆਪਣੀ ਟੀਮ ਵਿੱਚ ਰੱਖਣਾ ਚਾਹੁੰਦਾ ਹੈ ਜਿਹੜਾ ਉਹਨਾਂ ਦੇ ਖੇਤਰਾਂ ਵਿੱਚ ਸਭ ਤੋਂ ਵਧੀਆ ਹੋਵੇ। ਹੈਨਰੀ ਫੋਰਡ ਆਪਣੇ ਆਪ ਨੂੰ ਆਪਣੇ ਤੋਂ ਜ਼ਿਆਦਾ ਸਮਾਰਟ ਲੋਕਾਂ ਵਿੱਚ ਘੇਰੇ ਰੱਖਦੇ ਸਨ। ਆਮ ਕਰਕੇ ਇਸ ਕੁਆਡਰੈਂਟ ਵਾਲਾ ਵਪਾਰੀ ਕਮਰੇ ਵਿੱਚ ਮੌਜੂਦ ਸਭ ਤੋਂ ਸਮਾਰਟ ਜਾਂ ਯੋਗ ਵਿਅਕਤੀ ਹੁੰਦਾ ਹੈ, ਲੇਕਿਨ ਇਹ B ਕੁਆਡਰੈਂਟ ਵਾਲੇ ਕਾਰੋਬਾਰੀ ਦੇ ਮਾਮਲੇ ਵਿੱਚ ਸੱਚ ਨਹੀਂ ਹੁੰਦਾ। ਜਦੋਂ ਤੁਸੀਂ B ਕੁਆਡਰੈਂਟ ਦੇ ਕਿਸੇ ਵਪਾਰ ਦੇ ਮਾਲਕ ਹੁੰਦੇ ਹੋ ਤਾਂ ਤੁਹਾਨੂੰ ਅਕਸਰ ਆਪਣੇ ਤੋਂ ਜ਼ਿਆਦਾ ਸਿਆਣੇ, ਅਨੁਭਵੀ ਅਤੇ ਸਮਰਥ ਲੋਕਾਂ ਨਾਲ ਵਿਹਾਰ ਕਰਨਾ ਪੈਂਦਾ ਹੈ। ਮੇਰੇ ਅਮੀਰ ਡੈਡੀ ਕੋਲ ਕੋਈ ਔਪਚਾਰਿਕ ਸਿੱਖਿਆ ਨਹੀਂ ਸੀ, ਲੇਕਿਨ ਮੈਂ ਉਹਨਾਂ ਨੂੰ ਬੈਂਕਰਜ਼, ਵਕੀਲਾਂ, ਅਕਾਊਂਟੈਂਟਸ, ਨਿਵੇਸ਼ ਸਲਾਹਕਾਰਾਂ ਅਤੇ ਮਾਹਰਾਂ ਨਾਲ ਸਫਲਤਾਪੂਰਵਕ ਗੱਲਾਂ ਕਰਦਿਆਂ ਦੇਖਦਾ ਸੀ, ਜਿਨ੍ਹਾਂ ਵਿੱਚ ਕਈਆਂ ਕੋਲ ਤਾਂ ਬੜੀਆਂ ਉੱਚੀਆਂ ਡਿਗਰੀਆਂ ਵੀ ਹੁੰਦੀਆਂ ਸਨ। ਆਪਣੇ ਅਨੇਕਾਂ ਕਾਰੋਬਾਰਾਂ ਲਈ ਪੂੰਜੀ ਜੁਟਾਉਣ ਵੇਲੇ ਉਹਨਾਂ ਨੂੰ ਅਕਸਰ ਇਹੋ ਜਿਹੇ ਲੋਕਾਂ ਨਾਲ ਸੰਪਰਕ ਕਰਨਾ ਪੈਂਦਾ ਸੀ ਜਿਹੜੇ ਲੋਕ ਉਹਨਾਂ ਤੋਂ ਜ਼ਿਆਦਾ ਅਮੀਰ ਹੁੰਦੇ ਸਨ। ਜੇਕਰ ਉਹ ਇਸ ਫਾਰਮੂਲੇ ਅਨੁਸਾਰ ਜਿਉਣ, ਜੇਕਰ ਤੁਸੀਂ ਕੋਈ ਕੰਮ ਸਹੀ ਚਾਹੁੰਦੇ ਹੋ ਤਾਂ ਉਸ ਨੂੰ ਆਪਣੇ ਆਪ ਕਰੋ, ਤਾਂ ਉਹ ਆਖਰਕਾਰ ਪੂਰੀ ਤਰ੍ਹਾਂ ਅਸਫਲ ਹੋ ਜਾਂਦੇ। ਜਦੋਂ ਆਮਦਨ ਦੀ ਗੱਲ ਆਉਂਦੀ ਹੈ ਤਾਂ ਸੱਚਾ B ਕੁਆਡਰੈਂਟ ਵਾਲਾ ਵਿਅਕਤੀ ਵੀ ਸਾਬਤ ਹੁੰਦਾ ਹੈ। ਉਹ ਆਪਣਾ ਕਾਰੋਬਾਰ ਛੱਡ ਕੇ ਭਾਵੇਂ ਕਿਤੇ ਵੀ ਚਲਾ ਜਾਵੇ ਤਾਂ ਵੀ ਉਸ ਦੀ ਆਮਦਨ ਹੁੰਦੀ ਰਹੇਗੀ। ਦੂਜੇ ਪਾਸੇ ਜੇਕਰ ਇਸ ਕੁਆਡਰੈਂਟ ਦਾ ਕੋਈ ਵੀ ਵਿਅਕਤੀ ਕੰਮ ਕਰਨਾ ਛੱਡ ਦੇਵੇ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਉਸ ਦੀ ਆਮਦਨ ਰੁਕ ਜਾਵੇਗੀ। ਇਸ ਲਈ ਇਸੇ ਸਮੇਂ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ, ਜੇਕਰ ਮੈਂ ਅੱਜ ਕੰਮ ਕਰਨਾ ਛੱਡ ਦਿਆਂ ਤਾਂ ਇਸ ਤੋਂ ਬਾਅਦ ਵੀ ਮੈਨੂੰ ਕਿੰਨੀ ਆਮਦਨ ਹੁੰਦੀ ਰਹੇਗੀ। ਜੇਕਰ ਤੁਹਾਡੀ ਆਮਦਨ 6 ਮਹੀਨੇ ਜਾਂ ਉਸ ਤੋਂ ਵੀ ਘੱਟ ਸਮੇਂ ਵਿੱਚ ਖਤਮ ਹੋ ਜਾਂਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ E ਜਾਂ S ਕੁਆਡਰੈਂਟ ਵਿੱਚ ਰਹਿ ਰਹੇ ਹੋ। B ਜਾਂ I ਕੁਆਡਰੈਂਟ ਵਾਲਾ ਵਿਅਕਤੀ ਸਾਲਾਂ ਤੱਕ ਕੰਮ ਨਾ ਕਰੇ ਤਾਂ ਵੀ ਉਸ ਨੂੰ ਪੈਸਾ ਮਿਲਦਾ ਰਹੇਗਾ। I ਕੁਆਡਰੈਂਟ ਦੇ ਜੀਵਨ ਮੁੱਲ। ਨਿਵੇਸ਼ ਤੋਂ ਮੈਨੂੰ ਕਿੰਨਾ ਮੁਨਾਫਾ ਹੋ ਰਿਹਾ ਹੈ। I ਕੁਆਡਰੈਂਟ ਦੇ ਲੋਕ ਜਿਸ ਚੀਜ਼ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਹਨ ਉਹ ਹੈ ਆਰਥਿਕ ਸੁਤੰਤਰਤਾ। ਨਿਵੇਸ਼ਕ ਨੂੰ ਇਹ ਵਿਚਾਰ ਪਸੰਦ ਹੁੰਦਾ ਹੈ ਕਿ ਉਸ ਦੇ ਬਜਾਏ ਉਸ ਦਾ ਪੈਸਾ ਮਿਹਨਤ ਕਰੇ। ਨਿਵੇਸ਼ਕ ਕਈ ਚੀਜ਼ਾਂ ਵਿੱਚ ਨਿਵੇਸ਼ ਕਰਦੇ ਹਨ। ਉਹ ਸੋਨੇ ਦੇ ਸਿੱਕਿਆਂ, ਜ਼ਮੀਨ ਜਾਇਦਾਦ, ਕੰਪਨੀਆਂ ਜਾਂ ਸਟਾਕਸ, ਬੌਂਡਸ ਜਾਂ ਮਿਊਚੁਅਲ ਫੰਡਸ ਵਰਗੀਆਂ ਕਾਗਜ਼ੀ ਸੰਪત્ਤੀਆਂ ਵਿੱਚ ਵੀ ਨਿਵੇਸ਼ ਕਰ ਸਕਦੇ ਹਨ। ਜੇਕਰ ਤੁਹਾਡੀ ਆਮਦਨੀ ਵਿਅਕਤੀਗਤ ਨਿਵੇਸ਼ ਗਿਆਨ ਦੀ ਬਜਾਏ ਕੰਪਨੀ ਜਾਂ ਸਰਕਾਰ ਦੀ ਪੈਨਸ਼ਨ ਯੋਜਨਾ ਨਾਲ ਹੁੰਦੀ ਹੈ ਤਾਂ ਇਹ ਵੀ ਕੁਆਡਰੈਂਟ ਦੀ ਆਮਦਨ ਹੈ। ਦੂਜੇ ਸ਼ਬਦਾਂ ਵਿੱਚ, ਤੁਹਾਡੀ ਸਾਲਾਂ ਦੀ ਸੇਵਾ ਬਦਲੇ ਤੁਹਾਡਾ ਬੌਸ ਜਾਂ ਕੰਪਨੀ ਤੁਹਾਨੂੰ ਹੁਣ ਵੀ ਭੁਗਤਾਨ ਕਰ ਰਹੀ ਹੈ। ਜਾਂ I ਕੁਆਡਰੈਂਟ ਦਾ ਨਿਵੇਸ਼ਕ ਇਸ ਪ੍ਰਕਾਰ ਦੀਆਂ ਗੱਲਾਂ ਕਹਿ ਸਕਦਾ ਹੈ, ਮੈਨੂੰ ਆਪਣੀ ਸੰਪਤੀਆਂ ਉੱਤੇ 20% ਮੁਨਾਫਾ ਹੋ ਰਿਹਾ ਹੈ, ਜਾਂ ਕੰਪਨੀ ਦੇ
ਆਰਥਿਕ ਵੇਰਵੇ ਦਿਓ ਜਾਂ ਜਾਇਦਾਦ ਉੱਤੇ ਕਿੰਨਾ ਮੇਨਟੇਨੈਂਸ ਬਾਕੀ ਹੈ। ਵੱਖ-ਵੱਖ ਕੁਆਡਰੈਂਟ ਅਸਧਾਰਨ ਨਿਵੇਸ਼ਕ। ਅਜੋਕੇ ਸੰਸਾਰ ਵਿੱਚ ਸਾਨੂੰ ਸਾਰਿਆਂ ਨੂੰ ਨਿਵੇਸ਼ਕ ਬਣਨਾ ਚਾਹੀਦਾ ਹੈ, ਪਰ ਸਾਡੀ ਸਿੱਖਿਆ ਨੀਤੀ ਸਾਨੂੰ ਨਿਵੇਸ਼ ਬਾਰੇ ਜ਼ਿਆਦਾ ਕੁਝ ਨਹੀਂ ਸਿਖਾਉਂਦੀ। ਮੈਂ ਜਾਣਦਾ ਹਾਂ ਕਿ ਕੁਝ ਸਕੂਲਾਂ ਵਿੱਚ ਸ਼ੇਅਰ ਚੁਣਨਾ ਸਿਖਾਇਆ ਜਾਂਦਾ ਹੈ, ਲੇਕਿਨ ਇਹ ਨਿਵੇਸ਼ ਨਹੀਂ ਹੈ, ਇਹ ਤਾਂ ਜੂਆ ਹੈ। ਸਾਲਾਂ ਪਹਿਲੇ ਅਮੀਰ ਡੈਡੀ ਨੇ ਮੈਨੂੰ ਦੱਸਿਆ ਸੀ ਕਿ ਜ਼ਿਆਦਾਤਰ ਕਰਮਚਾਰੀ ਮਿਊਚੁਅਲ ਫੰਡਸ ਜਾਂ ਬਚਤ ਵਿੱਚ ਨਿਵੇਸ਼ ਕਰਦੇ ਹਨ। ਉਹਨਾਂ ਨੇ ਇਹ ਵੀ ਕਿਹਾ ਸੀ ਜੇਕਰ ਤੁਸੀਂ ES ਜਾਂ B ਵਿੱਚੋਂ ਕਿਸੇ ਇੱਕ ਕੁਆਡਰੈਂਟ ਵਿੱਚ ਸਫਲ ਹੋ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ I ਕੁਆਡਰੈਂਟ ਵਿੱਚ ਸਫਲ ਹੋਵੋਗੇ। ਡਾਕਟਰ ਆਮ ਕਰਕੇ ਸਭ ਤੋਂ ਮਾੜੇ ਨਿਵੇਸ਼ਕ ਹੁੰਦੇ ਹਨ। ਅਮੀਰ ਡੈਡੀ ਨੇ ਮੈਨੂੰ ਇਹ ਵੀ ਦੱਸਿਆ ਕਿ ਵੱਖ-ਵੱਖ ਕੁਆਡਰੈਂਟ ਵਾਲੇ ਲੋਕ ਅੱਡ-ਅੱਡ ਤਰੀਕਿਆਂ ਨਾਲ ਨਿਵੇਸ਼ ਕਰਦੇ ਹਨ। ਮਿਸਾਲ ਲਈ S ਕੁਆਡਰੈਂਟ ਵਾਲਾ ਵਿਅਕਤੀ ਇਹ ਕਹਿ ਸਕਦਾ ਹੈ, ਮੈਂ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨਾ ਨਹੀਂ ਚਾਹਾਂਗਾ ਕਿਉਂਕਿ ਮੈਂ ਟਾਇਲਟ ਠੀਕ ਕਰਨ ਦਾ ਚਾਹਵੰਦ ਨਹੀਂ ਹਾਂ। ਨਿਵੇਸ਼ ਦੀ ਇਹ ਚੁਣੌਤੀ ਸਾਹਮਣੇ ਆਉਣ ਉੱਤੇ B ਕੁਆਡਰੈਂਟ ਵਾਲਾ ਵਿਅਕਤੀ ਕਹਿ ਸਕਦਾ ਹੈ, ਰਾਤੀ ਟਾਇਲਟਸ ਦੀ ਮੁਰੰਮਤ ਕਰਾਉਣ ਲਈ ਮੈਂ ਕਿਸੇ ਚੰਗੇ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਦੀਆਂ ਸੇਵਾਵਾਂ ਲੈ ਸਕਦਾ ਹਾਂ। ਦੂਜੇ ਸ਼ਬਦਾਂ ਵਿੱਚ S ਕੁਆਡਰੈਂਟ ਵਾਲਾ ਨਿਵੇਸ਼ਕ ਇਹ ਸੋਚੇਗਾ ਕਿ ਉਸ ਨੂੰ ਜਾਇਦਾਦ ਦੀ ਦੇਖਭਾਲ ਆਪੇ ਕਰਨੀ ਹੈ, ਜਦੋਂ ਕਿ B ਕੁਆਡਰੈਂਟ ਦਾ ਨਿਵੇਸ਼ਕ ਸਹੀ ਦੇਖਭਾਲ ਕਰਨ ਲਈ ਕਿਸੇ ਦੂਜੀ ਕੰਪਨੀ ਦੀਆਂ ਸੇਵਾਵਾਂ ਲਏਗਾ। ਵੱਖਰੇ-ਵੱਖਰੇ ਲੋਕ, ਅੱਡ-ਅੱਡ ਮਾਨਸਿਕਤਾਵਾਂ, ਵੱਖਰੇ-ਵੱਖਰੇ ਕੁਆਡਰੈਂਟਸ, ਅੱਡ-ਅੱਡ ਜੀਵਨ ਮੁੱਲ। ਹੁਣ ਤਾਈਂ ਤੁਸੀਂ ਸ਼ਾਇਦ ਅੰਦਾਜ਼ਾ ਲਾ ਲਿਆ ਹੋਵੇਗਾ ਕਿ ਮੈਂ ਕਿਹੜੇ ਪਾਸੇ ਜਾ ਰਿਹਾ ਹਾਂ। ਇਹ ਦਰਅਸਲ ਇੱਕ ਬੜੀ ਹੀ ਸੌਖੀ ਚੀਜ਼ ਨਾਲ ਤੈਅ ਹੁੰਦਾ ਹੈ। ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਰਹਿਣ ਦੀ ਥਾਂ ਬਦਲਣੀ ਹੋਵੇਗੀ। ਇਸ ਲਈ ਤੁਹਾਨੂੰ ਕਿਸੇ ਨਵੀਂ ਨੌਕਰੀ ਦੀ ਲੋੜ ਨਹੀਂ ਹੈ, ਤੁਹਾਨੂੰ ਤਾਂ ਬਸ ਇੱਕ ਨਵੇਂ ਐਡਰੈਸ ਦੀ ਲੋੜ ਹੈ। ਜੇਕਰ ਤੁਸੀਂ ਆਪਣੇ ਜੀਵਨ ਅਤੇ ਤਕਦੀਰ ਉੱਤੇ ਕਾਬੂ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਅਸਲੀ ਸੁਤੰਤਰਤਾ ਭਾਵ ਆਪਣੇ ਮਨ ਭਾਉਂਦੇ ਨਿਸ਼ਾਨੇ ਲਾਉਣ, ਆਪਣੀ ਰੋਜ਼ਾਨਾ ਦੇ ਕਾਰ ਵਿਹਾਰ ਨੂੰ ਨਿਰਧਾਰਤ ਕਰਨ, ਆਪਣੇ ਪਰਿਵਾਰ ਨਾਲ ਅਤੇ ਇਕੱਲਿਆਂ ਸਮਾਂ ਬਤੀਤ ਕਰਨ, ਆਪਣੇ ਮਨਪਸੰਦ ਕੰਮ ਕਰਨ ਦੀ ਸੁਤੰਤਰਤਾ ਚਾਹੁੰਦੇ ਹੋ, ਜੇਕਰ ਤੁਸੀਂ ਉਹੀ ਜੀਵਨ ਜੋਸ਼ ਨਾਲ ਭਰਿਆ, ਰੋਮਾਂਚਪੂਰਨ ਅਤੇ ਤਸੱਲੀ ਬਖਸ਼ ਜੀਵਨ ਜਿਉਣਾ ਚਾਹੁੰਦੇ ਹੋ ਜਿਸ ਲਈ ਤੁਹਾਨੂੰ ਇਸ ਧਰਤੀ ਉੱਤੇ ਭੇਜਿਆ ਗਿਆ ਹੈ, ਭਾਵ ਸੰਖੇਪ ਵਿੱਚ ਜੇਕਰ ਤੁਸੀਂ ਅਮੀਰ ਬਣਨਾ ਅਤੇ ਅਮੀਰਾਂ ਵਾਂਗ ਜੀਵਨ ਜਿਉਣਾ ਚਾਹੁੰਦੇ ਹੋ, ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣਾ ਬਿਸਤਰ ਬੋਰੀਆ ਬੰਨ੍ਹ ਕੇ ਕਿਸੇ ਦੂਜੀ ਥਾਂ ਤੇ ਚਲੇ ਜਾਓ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਚਾਰਟ ਦੇ ਖੱਬੇ ਪਾਸੇ ਤੋਂ ਨਿਕਲ ਕੇ B ਅਤੇ I ਕੁਆਡਰੈਂਟ ਵਿੱਚ ਪਹੁੰਚ ਜਾਓ।